ਕੋਰੀਆ ਵਿੱਚ ਮਈ ਦੇ ਮਹੀਨੇ ਵਿੱਚ ਅਸੀਂ ਪਰਿਵਾਰ ਦੇ ਮਹੱਤਵ ਨੂੰ ਯਾਦ ਕਰਦੇ ਹਾਂ। ਇਸ ਮਹੀਨੇ ਦਾ ਵਿਚਾਰ ਕਰਦੇ ਹੋਏ ਆਓ ਅਸੀਂ ਜਿਹੜੇ ਵਿਦੇਸ਼ਵਾਸ ਕਰਦੇ ਹਨ ਉਪਦੇਸ਼ ਸਿਰਲੇਖ ਨਾਲ ਪਰਮੇਸ਼ਰ ਦੇ ਵਚਨਾਂ ਦਾ ਅਧਿਐਨ ਕਰੀਏ। ਪਿਤਾ ਤੇ ਮਾਤਾ ਜੀ ਦੀਆਂ ਸਿੱਖਿਆਵਾਂ ਦੁਆਰਾ ਆਓ ਅਸੀਂ ਪਰਮੇਸ਼ਰ ਦੀ ਬੁੱਧੀਮਾਨ ਸੰਤਾਨਾਂ ਦੇ ਰੂਪ ਵਿੱਚ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ। ਇਸ ਸੰਸਾਰ ਵਿੱਚ ਬਹੁਤ ਸਾਰੇ ਲੋਕ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਵਿਦੇਸ਼ਵਾਸ ਕਰਦੇ ਹਨ। ਕਿਹੜੇ ਹਾਲਾਤਾਂ ਕਰਕੇ ਲੋਕ ਵਿਦੇਸ਼ਵਾਸ ਕਰਨ ਦਾ ਫੈਸਲਾ ਕਰਦੇ ਹਨ? ਕੁਝ ਲੋਕਾਂ ਲਈ ਇਹ ਆਪਣੇ ਦੇਸ਼ ਵਿੱਚ ਜਿਉਣ ਦੇ ਖਰਾਬ ਹਾਲਾਤਾਂ ਕਰਕੇ ਹੋ ਸਕਦਾ ਹੈ, ਕਿਸੇ ਲਈ ਕੁਦਰਤੀ ਆਫਤਾਂ ਅਤੇ ਦੂਸਰਿਆਂ ਲਈ ਨਾ ਟਲਣ ਵਾਲੇ ਭਿੰਨ-ਭਿੰਨ ਤਰ੍ਹਾਂ ਦੇ ਹਾਲਾਤਾਂ ਕਰਕੇ ਹੋ ਸਕਦਾ ਹੈ ਕਿ ਇਸ ਦੇ ਕਰਕੇ ਉਹ ਵਧੀਆ ਜੀਵਨ ਲਈ ਦੂਸਰੇ ਦੇਸ਼ਾਂ ਵਿੱਚ ਵਿਦੇਸ਼ਵਾਸ ਨਹੀਂ ਕਰਦੇ। ਫਿਰ ਸਾਡੇ ਜੀਵਨ ਦੇ ਬਾਰੇ ਕੀ? ਧਰਤੀ ਉੱਤੇ ਜਿੰਨਾ ਔਖਾ ਸਾਡਾ ਜੀਵਨ ਹੁੰਦਾ ਹੈ ਓਨਾ ਜ਼ਿਆਦਾ ਅਸੀਂ ਸਵਰਗ ਨੂੰ ਯਾਦ ਕਰਦੇ ਹਾਂ। ਇਸੇ ਕਰਕੇ ਤੁਹਾਡੇ ਵਿੱਚੋਂ ਕੁਝ ਆਪਣੇ ਆਪ 'ਚ ਸੋਚ ਸਕਦੇ ਹਨ, ਮੈਂ ਜਲਦੀ ਸਵਰਗ ਦੇਸ਼ ਜਾਣਾ ਚਾਹੁੰਦਾ ਹਾਂ ਜਿੱਥੇ ਮੈਂ ਸਦੀਪਕ ਖੁਸ਼ੀ ਦਾ ਆਨੰਦ ਲੈ ਸਕਦਾ ਹਾਂ। ਕੁਝ ਲੋਕ ਧਨੀ ਮਨੁੱਖ ਵਾਂਗ ਹਨ ਜੋ ਲੂਕਾ ਵਿੱਚ ਲਾਜ਼ਰ ਨਾਲ ਇੱਕ ਦ੍ਰਿਸ਼ਟਾਂਤ ਵਿੱਚ ਪ੍ਰਗਟ ਹੋਇਆ। ਉਹ ਧਰਤੀ ਉੱਤੇ ਬਹੁਤਾਇਤ ਵਿੱਚ ਰਹਿੰਦੇ ਹਨ। ਉਹ ਜੋ ਵੀ ਚਾਹੁੰਦੇ ਹਨ ਉਸ ਦਾ ਆਨੰਦ ਲੈਂਦੇ ਹਨ ਅਤੇ ਉਹਨਾਂ ਦੇ ਜੀਵਨ ਕਾਲ ਵਿੱਚ ਕਿਸੇ ਵੀ ਤਰੀਕੇ ਦੀਆਂ ਕਮੀਆਂ ਨਹੀਂ ਹਨ। ਜੋ ਲੋਕ ਇਸ ਤਰ੍ਹਾਂ ਦੇ ਆਪਣੇ ਜੀਵਨ ਨਾਲ ਸੰਤੁਸ਼ਟ ਹੁੰਦੇ ਹਨ ਉਹ ਦੂਸਰੀ ਦੁਨੀਆ ਵਿੱਚ ਜਾਣ ਦੀ ਅਭਿਲਾਸ਼ਾ ਕਦੀ ਨਹੀਂ ਕਰ ਸਕਦੇ। ਇਸੇ ਕਰਕੇ ਪਰਮੇਸ਼ਰ ਕਦੇ-ਕਦੇ ਸਾਨੂੰ ਮੁਸ਼ਕਿਲ ਅਤੇ ਬਦਕਿਸਮਤੀ ਵਿੱਚੋਂ ਲੰਘਣ ਦਿੰਦੇ ਹਨ। ਸਾਡੇ ਮਨਾਂ ਨੂੰ ਸਾਫ਼ ਕਰਨ ਲਈ ਉਹ ਕਦੇ-ਕਦੇ ਸਾਨੂੰ ਬਹੁਤ ਸਾਰੀਆਂ ਮੁਸ਼ਕਿਲ ਹਾਲਾਤਾਂ ਵਿੱਚ ਪਾਉਂਦੇ ਹਨ। ਪਰ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ ਕਿ ਇਹ ਸਾਰੇ ਮਾਮਲੇ ਸਾਡੇ ਮਨਾਂ ਨੂੰ ਸਵਰਗ ਦੇ ਰਾਜ ਵੱਲ ਫਿਰਾਉਣ ਲਈ ਪਰਮੇਸ਼ਰ ਦੀ ਯੋਜਨਾ ਦਾ ਭਾਗ ਹੈ। ਇਹਨਾਂ ਦਿਨਾਂ 'ਚ ਪੂਰੀ ਦੁਨੀਆ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਵਿਦੇਸ਼ਵਾਸ ਕਰ ਰਹੇ ਹਨ। ਇਸ ਸਾਲ ਇਕੱਲੇ ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਸੰਯੁਕਤ ਰਾਜ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਹ ਅਕਸਰ ਅਖਬਾਰਾਂ 'ਤੇ ਦੱਸਿਆ ਜਾਂਦਾ ਹੈ ਕਿ ਕੁਝ ਪ੍ਰਵਾਸੀ ਅਮਰੀਕਾ ਦੀ ਸਰਹੱਦ ਤੇ 6000 ਕਿਲੋਮੀਟਰ ਦੀ ਦੂਰੀ ਤੇ ਤੁਰੇ ਕਿ ਉਹ ਵਧੀਆ ਜੀਵਨ ਦੀ ਉਮੀਦ ਕਰਦੇ ਹੋਏ ਆਪਣੇ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਵਿਦੇਸ਼ਵਾਸ ਨਹੀਂ ਕਰ ਰਹੇ ਹਨ। ਮੰਨ ਲਓ ਕਿ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਸੀਂ ਜਾ ਕੇ ਵਸਣਾ ਚਾਹੁੰਦੇ ਹੋ। ਤੁਸੀਂ ਕੁਦਰਤੀ ਰੂਪ ਨਾਲ ਜਾਂਚ ਕਰੋਗੇ ਕਿ ਉੱਥੇ ਜਾਣਾ ਸਹੀ ਹੋਵੇਗਾ ਜਾਂ ਨਹੀਂ। ਮੈਂ ਤੁਹਾਨੂੰ ਇੱਕ ਦੇਸ਼ ਦਾ ਸੁਝਾਅ ਦੇਣਾ ਚਾਹੁੰਦਾ ਹਾਂ ਜਿੱਥੇ ਮਰਕਤ, ਗੋਮੇਦਕ, ਮਾਨਿਕੀਆ, ਪਿਤਮਨੀ, ਪੋਰੇਜ ਅਤੇ ਇੱਥੇ ਹਰੇ ਰਤਨ ਨਾਲ ਬਣੇ ਮਹਿਲ ਹਨ। ਉਹ ਬਿਨਾਂ ਰਾਤ ਵਾਲਾ ਦੇਸ਼ ਹੈ। ਉਹ ਬਿਨਾਂ ਸ਼ਰਾਬ ਵਾਲਾ ਦੇਸ਼ ਹੈ। ਉਹ ਸੋਗ ਅਤੇ ਦੁੱਖ ਤੋਂ ਰਹਿਤ ਦੇਸ਼ ਹੈ। ਉਹ ਬਿਨਾਂ ਮੌਤ ਦਾ ਦੇਸ਼ ਹੈ। ਉਹ ਇੱਕ ਅਜਿਹਾ ਦੇਸ਼ ਹੈ ਜੋ ਆਪਣੇ ਨਾਗਰਿਕਾਂ ਨੂੰ ਜ਼ਬਰਦਸਤੀ ਧਨ ਦੇਣ ਦਾ ਵਾਅਦਾ ਕਰਦਾ ਹੈ। ਉਹ ਹਰੇਕ ਦਿਨ ਖੁਸ਼ੀ ਅਤੇ ਆਨੰਦ ਨਾਲ ਭਰਿਆ ਦੇਸ਼ ਹੈ। ਇਹ ਕਿਹਾ ਜਾਂਦਾ ਹੈ ਕਿ ਉਸ ਦੇਸ਼ ਦੀਆਂ ਸੜਕਾਂ ਲੁੱਕ ਨਾਲ ਨਹੀਂ ਬਣਾਈਆਂ ਗਈਆਂ ਬਲਕਿ ਸਾਰੀਆਂ ਸੋਨੇ ਨਾਲ ਬਣਾਈਆਂ ਗਈਆਂ ਹਨ ਅਤੇ ਇਹ ਕਿਹਾ ਜਾਂਦਾ ਹੈ ਕਿ ਕ੍ਰਿਸਟਲ ਵਰਗੇ ਸਾਫ਼ ਸ਼ੀਸ਼ੇ ਦਾ ਇੱਕ ਸਮੁੰਦਰ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਜੀਵਨ ਦੇ ਚੱਲਦੀ ਇੱਕ ਨਦੀ ਹੈ ਅਤੇ ਨਦੀ ਦੇ ਹਰੇਕ ਕਿਨਾਰੇ ਉੱਤੇ ਜੀਵਨ ਦਾ ਰੁੱਖ ਹੈ ਜੋ ਹਰ ਮਹੀਨੇ 12 ਪ੍ਰਕਾਰ ਦੇ ਫਲ ਫਲਦਾ ਹੈ। ਭਾਵੇਂ ਅਸੀਂ ਇਸ ਗੱਲ ਦੀ ਕਲਪਨਾ ਕਰਨ ਦਾ ਕੁਝ ਸਮਾਂ ਲਈਏ, ਅਸੀਂ ਖੁਦ ਨੂੰ ਪੁੱਛਾਂਗੇ ਕਿ ਦੁਨੀਆ ਵਿੱਚ ਅਸਲ ਵਿੱਚ ਅਜਿਹਾ ਦੇਸ਼ ਹੈ। ਇਸ ਤਰ੍ਹਾਂ ਦੇ ਦੇਸ਼ ਦੀ ਧਰਤੀ ਉੱਤੇ ਮੌਜੂਦਗੀ ਨਹੀਂ ਹੈ। ਕੀ ਹੋਵੇਗਾ ਜੇਕਰ ਤੁਸੀਂ ਇਸ ਸ਼ਾਨਦਾਰ ਦੇਸ਼ ਵਿੱਚ ਵਿਦੇਸ਼ਵਾਸ ਹੋਣ ਦੀ ਇਜਾਜ਼ਤ ਪਾਉਂਦੇ ਹੋ? ਕਿ ਤੁਸੀਂ ਉਸੇ ਵੇਲੇ ਨਹੀਂ ਜਾਣਾ ਚਾਹੋਗੇ? ਹਾਲੇ ਵਿੱਚ ਹੋਂਡੁਰਾਸ, ਅਲ ਸੈਲਵਾਡੋਰ ਅਤੇ ਗੁਆਟੇਮਾਲਾ ਖਬਰਾਂ ਵਿੱਚ ਦਿਖਾਈ ਦਿੱਤੇ ਹਨ। ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਤੱਕ ਕੋਵਿਡ-19 ਕਰਕੇ ਲੋਕੀ ਵਿੱਤੀ ਮੁਸ਼ਕਿਲਾਂ ਅਤੇ ਦਬਾਅ ਨੂੰ ਝੇਲ ਰਹੇ ਹਨ। ਇਸ ਦੇ ਇਲਾਵਾ ਤੂਫਾਨਾਂ ਨੇ ਉੱਥੇ ਕਈ ਘਰਾਂ ਨੂੰ ਡੁਬਾ ਦਿੱਤਾ ਹੈ। ਬਦਕਿਸਮਤੀ ਨਾਲ ਸਰਕਾਰ ਕੋਲ ਪੀੜਤਾਂ ਦੀ ਮਦਦ ਕਰਨ ਦੀ ਸਮਰੱਥਾ ਨਹੀਂ ਹੈ। ਅਜਿਹੇ ਬੇਵਸ ਹਾਲਾਤਾਂ ਵਿੱਚ ਉਹ ਮੰਨਦੇ ਹਨ ਕਿ ਜੇਕਰ ਉਹ ਸਿਰਫ ਅਮਰੀਕਾ ਵਿੱਚ ਦਾਖਲ ਹੋ ਸਕਣ ਤਦ ਉਹ ਕਿਸੇ ਕਿਸਮ ਦਾ ਲਾਭ ਪ੍ਰਾਪਤ ਕਰ ਸਕਣਗੇ। ਇਸੇ ਕਰਕੇ ਉਹ ਆਪਣੇ ਬੱਚਿਆਂ ਦੇ ਹੱਥਾਂ ਨੂੰ ਕੱਸ ਕੇ ਫੜ ਕੇ ਹਜ਼ਾਰਾਂ ਕਿਲੋਮੀਟਰ ਚੱਲਦੇ ਹਨ। ਉਹ ਅਮਰੀਕੀ ਹੱਦ ਤੱਕ ਪੈਦਲ ਚੱਲਦੇ ਹਨ। ਅਜਿਹਾ ਲੱਗਿਆ ਕਿ ਉਹ ਮੈਕਸੀਕੋ ਦੇ ਜ਼ਰੀਏ ਅਮਰੀਕਾ ਵਿੱਚ ਦਾਖਲ ਹੋਣ ਵਿੱਚ ਸਮਰਥੀ ਹੋ ਸਕਦੇ ਹਨ।
ਇੱਥੋਂ ਤੱਕ ਕਿ ਉਹ ਇਮੀਗ੍ਰੇਸ਼ਨ ਬ੍ਰੋਕਰਾਂ ਨੂੰ ਆਪਣੇ ਬੱਚਿਆਂ ਨੂੰ ਬਾਰਡਰ ਵਾੜ ਦੇ ਉੱਪਰੋਂ ਸੁੱਟਣ ਲਈ ਵੀ ਕਹਿੰਦੇ ਹਨ। ਇੱਦਾਂ ਇਸ ਲਈ ਹੈ ਕਿਉਂਕਿ ਜਦੋਂ ਬੱਚੇ ਬਾਰਡਰ ਪਹਿਰੇਦਾਰ ਦੁਆਰਾ ਮਾਰੂਥਲ ਵਿੱਚ ਪਾਏ ਜਾਂਦੇ ਹਨ ਤਦ ਉਹਨਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਉਹ ਅਮਰੀਕਾ ਵਿੱਚ ਦਾਖਲ ਹੋਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਇਹ ਅਤਿਅੰਤ ਉਪਾਅ ਕਰਦੇ ਹਨ। ਇੱਥੋਂ ਤੱਕ ਕਿ ਦੁਨੀਆ ਦੇ ਲੋਕ ਵੀ ਵਧੀਆ ਅਤੇ ਖੁਸ਼ਹਾਲ ਭਵਿੱਖ ਲਈ ਕੋਸ਼ਿਸ਼ ਕਰ ਰਹੇ ਹਨ। ਪਰ ਸਾਡੇ ਬਾਰੇ ਕੀ? ਜਿਸ ਦੇਸ਼ ਉੱਤੇ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ ਅਤੇ ਜਿਸ ਵਿੱਚ ਪ੍ਰਵੇਸ਼ ਕਰਨ ਦੀ ਹਰੇਕ ਸੰਭਵ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ, ਉਹ ਪਰਮੇਸ਼ਰ ਦਾ ਰਾਜ ਹੈ। ਇਸ ਕਰਕੇ ਅੱਜ ਦਾ ਉਪਦੇਸ਼ ਸਿਰਲੇਖ ਹੈ ਜੋ ਵਿਦੇਸ਼ਵਾਸ ਕਰਦੇ ਹਨ। ਭਾਵੇਂ ਮੈਂ ਅਮਰੀਕਾ ਗਿਆ ਸੀ, ਪਰ ਮੈਂ ਕਦੇ ਸੋਨੇ ਨਾਲ ਬਣੀਆਂ ਸੜਕਾਂ ਨਹੀਂ ਦੇਖੀਆਂ। ਪਰ ਇਸ ਦੇਸ਼ ਵਿੱਚ ਨੁੱਕਰ ਤੋਂ ਨੁੱਕਰ ਤੱਕ ਸਾਰੀਆਂ ਸੜਕਾਂ ਸ਼ੁੱਧ ਸੋਨੇ ਨਾਲ ਬਣੀਆਂ ਹਨ। ਇਸ ਦੇ ਇਲਾਵਾ ਉੱਥੇ ਮੌਤ ਨਹੀਂ ਹੈ, ਨਾ ਹੀ ਸੋਗ ਹੈ। ਇਹ ਇੱਕ ਅਜਿਹੀ ਦੁਨੀਆ ਹੈ ਜਿੱਥੇ ਸਾਰੇ ਦਰਦ, ਦੁੱਖ, ਸੋਗ ਅਤੇ ਹਰ ਪ੍ਰਕਾਰ ਦੇ ਕਸ਼ਟ ਗਾਇਬ ਹੋ ਜਾਣਗੇ ਜਿਨ੍ਹਾਂ ਦਾ ਅਸੀਂ ਇਸ ਧਰਤੀ ਤੇ ਅਨੁਭਵ ਕੀਤਾ ਸੀ। ਇਹਨਾਂ ਸਭ ਤੋਂ ਇਲਾਵਾ ਅਸੀਂ ਬਹੁਤ ਵੱਡੀ ਵਿਰਾਸਤ ਪ੍ਰਾਪਤ ਕਰਾਂਗੇ ਜੋ ਇੱਕ ਅਜਿਹੀ ਜਾਇਦਾਦ ਹੈ ਜਿਸ ਦੀ ਤੁਲਨਾ ਧਰਤੀ ਦੀ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਇਸ ਪ੍ਰਕਾਰ ਸਾਨੂੰ ਵਿਸ਼ਵਾਸ ਹੈ ਕਿ ਸਵਰਗ ਵਿੱਚ ਵਿਦੇਸ਼ਵਾਸ ਹੋਣਾ ਪੱਕਾ ਹੀ ਇੱਕ ਸ਼ਾਨਦਾਰ ਚੁਣਾਵ ਹੈ। ਅੱਜ ਬਿਲ ਗੇਟਸ ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੈ ਜੋ ਮਾਈਕਰੋਸਾਫਟ ਦਾ ਸੰਸਥਾਪਕ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਉਹਨਾਂ ਦੀ ਕੁੱਲ ਜਾਇਦਾਦ 133 ਅਰਬ ਡਾਲਰ ਦੇ ਨੇੜੇ ਹੈ। ਪਰ ਤੁਹਾਨੂੰ ਉਹਨਾਂ ਨਾਲ ਈਰਖਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਅਸਲ ਵਿੱਚ ਕੌਣ ਧਨੀ ਹੈ। ਅਸੀਂ ਅਸਲ ਵਿੱਚ ਧਨੀ ਲੋਕ ਹਾਂ। ਅਸੀਂ ਆਪਣੇ ਸਾਰੇ ਧਨ ਨੂੰ ਪਰਮੇਸ਼ਰ ਦੇ ਰਾਜ ਵਿੱਚ ਜਮ੍ਹਾਂ ਕਰ ਰਹੇ ਹਾਂ ਜਿਸ ਵਿੱਚ ਅਸੀਂ ਜਲਦੀ ਹੀ ਦਾਖਲ ਹੋਵਾਂਗੇ। ਬਸ ਕਿਉਂਕਿ ਸਾਡੇ ਕੋਲ ਇਸ ਸਮੇਂ ਕਾਫੀ ਚੀਜ਼ਾਂ ਨਹੀਂ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਗਰੀਬ ਹਾਂ ਜਾਂ ਲੋੜਵੰਦ ਹਾਂ। ਸਾਰੇ ਲੋਕੋ, ਤੁਹਾਨੂੰ ਪਰਮੇਸ਼ਰ ਦੇ ਵਾਅਦੇ ਉੱਤੇ 100% ਵਿਸ਼ਵਾਸ ਕਰਨਾ ਚਾਹੀਦਾ ਹੈ। ਫਿਰ ਤੁਹਾਡੇ ਜੀਵਨ ਵਿੱਚ ਸੱਚੀ ਖੁਸ਼ੀ ਹੋ ਸਕਦੀ ਹੈ। ਕੁਝ ਲੋਕ ਕਹਿ ਸਕਦੇ ਹਨ ਇਹ ਸਿਰਫ ਬਾਈਬਲ ਵਿੱਚ ਲਿਖੇ ਗਏ ਸ਼ਬਦ ਹਨ, ਪਰ ਸਾਡੀ ਹਕੀਕਤ ਬਹੁਤ ਅਲੱਗ ਹੈ। ਸਾਨੂੰ ਆਪਣੇ ਵਰਤਮਾਨ ਹਾਲਾਤਾਂ ਕਰਕੇ ਪਰਮੇਸ਼ਰ ਦੇ ਵਾਅਦੇ ਨੂੰ ਨਹੀਂ ਤਿਆਗਣਾ ਚਾਹੀਦਾ। ਸਾਡੇ ਵਰਤਮਾਨ ਹਾਲਾਤ ਸਾਨੂੰ ਸਾਡੇ ਪਰਮੇਸ਼ਰ ਦੇ ਵਾਅਦੇ ਤੋਂ ਅਲੱਗ ਨਹੀਂ ਕਰ ਸਕਦੇ। ਕੋਰੀਆ ਵਿੱਚ ਰਾਸ਼ਟਰੀ ਸਿਹਤ ਸੰਭਾਲ ਪ੍ਰਣਾਲੀ ਪੂਰੀ ਆਬਾਦੀ ਨੂੰ ਸੰਭਾਲਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਰਕੇ ਦੁਨੀਆ ਨੂੰ ਸਾਡੀ ਸਿਹਤ ਸੰਭਾਲ ਪ੍ਰਣਾਲੀ ਬਾਰੇ ਪਤਾ ਲੱਗ ਗਿਆ ਹੈ ਅਤੇ ਕੋਰੀਆਈ ਲੋਕਾਂ ਤੋਂ ਈਰਖਾ ਕਰਨ ਲੱਗ ਗਏ ਹਨ। ਭਾਵੇਂ ਇਹ ਪ੍ਰਸ਼ੰਸਾ ਕਰਨ ਦੀ ਕੁਝ ਗੱਲ ਹੈ, ਪਰ ਕੀ ਇਹ ਦਰਦ ਅਤੇ ਮੌਤ ਨੂੰ ਖਤਮ ਕਰਨ ਵਿੱਚ ਸਮਰਥੀ ਹਨ? ਪਰਮੇਸ਼ਰ ਹੁਣ ਸਾਨੂੰ ਇੱਕ ਅਜਿਹੇ ਦੇਸ਼ ਵਿੱਚ ਬੁਲਾ ਰਹੇ ਹਨ ਜਿੱਥੇ ਸਿਹਤ ਸੰਭਾਲ ਪ੍ਰਣਾਲੀ ਦੀ ਬਿਲਕੁਲ ਵੀ ਲੋੜ ਨਹੀਂ ਹੈ। ਸਾਰੇ ਲੋਕੋ, ਕੀ ਉੱਥੇ ਜਾਣਾ ਯੋਗ ਨਹੀਂ ਹੈ? ਪਰਮੇਸ਼ਰ ਦਾ ਰਾਜ ਇੱਕ ਉੱਤਮ ਜਗ੍ਹਾ ਹੈ ਜਿਸ ਦੀ ਤੁਲਨਾ ਦੁਨੀਆ ਦੀ ਕਿਸੇ ਵੀ ਹੋਰ ਜਗ੍ਹਾ ਨਾਲ ਨਹੀਂ ਕੀਤੀ ਜਾ ਸਕਦੀ। ਜੇਕਰ ਤੁਸੀਂ ਵਿਦੇਸ਼ਵਾਸ ਕਰਨਾ ਚਾਹੁੰਦੇ ਹੋ ਤਦ ਕਿਉਂ ਨਾ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਜਾਣ ਦੀ ਤਿਆਰੀ ਕਰੋ। ਇਹ ਸਾਰਿਆਂ ਲਈ ਸਭ ਤੋਂ ਉੱਤਮ ਅਤੇ ਸਹੀ ਚੋਣ ਹੈ। ਇਸ ਲਈ ਪਰਮੇਸ਼ਰ ਧਰਤੀ ਉੱਤੇ ਆਏ। ਉਹ ਤਰਸਯੋਗ ਆਤਮਾ ਦੀ ਅਗਵਾਈ ਮੁਕਤੀ ਦੇ ਰਾਹ ਤੇ ਕਰਨ ਅਤੇ ਉਹਨਾਂ ਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਾਉਣ ਲਈ ਆਏ। ਇਸ ਦੁਨੀਆ ਵਿੱਚ ਉਹਨਾਂ ਦੀ ਸੇਵਕਾਈ ਦੇ ਅੰਤ ਵਿੱਚ ਜੈਤੂਨ ਦੇ ਪਹਾੜ ਤੋਂ ਸਵਰਗ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਬੇਨਤੀ ਕੀਤੀ। ਆਓ ਅਸੀਂ ਮਤੀ ਅਧਿਆਇ 28 ਵਚਨ 18 ਉੱਤੇ ਇੱਕ ਨਜ਼ਰ ਪਾਈਏ। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਵੇਖੋ, ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਮਤੀ 28 ਕਹਿੰਦਾ ਹੈ, ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਸਾਨੂੰ ਕੀ ਸਿਖਾਉਣਾ ਚਾਹੀਦਾ ਹੈ? ਸਾਨੂੰ ਉਹਨਾਂ ਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਾਰੀਆਂ ਜ਼ਰੂਰੀ ਸ਼ਰਤਾਂ ਬਾਰੇ ਸਿਖਾਉਣਾ ਚਾਹੀਦਾ ਹੈ। ਕਿਸੇ ਵਿਅਕਤੀ ਦੇ ਪ੍ਰਦੇਸ਼ ਵਿੱਚ ਵਸਣ ਦੀ ਮਨਜ਼ੂਰੀ ਲੈਣ ਲਈ ਕੁਝ ਬੁਨਿਆਦੀ ਜ਼ਰੂਰਤਾਂ ਹੁੰਦੀਆਂ ਹਨ। ਜੋ ਲੋਕ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਉਹ ਉਸ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਹਨ ਅਤੇ ਉਹਨਾਂ ਨੂੰ ਨਿਕਾਲਿਆ ਜਾਵੇਗਾ। ਸਾਨੂੰ ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਯੋਗ ਵਿਦੇਸ਼ਵਾਸੀ ਬਣਾਉਣ ਲਈ ਕਿ ਪਰਮੇਸ਼ਰ ਨੇ ਧਰਤੀ ਉੱਤੇ ਆ ਕੇ ਸਾਨੂੰ ਖੁਸ਼ਖਬਰੀ ਨਹੀਂ ਸੁਣਾਈ। ਖੁਸ਼ਖਬਰੀ ਨੂੰ ਗੁੱਡ ਨਿਊਜ਼ ਮਤਲਬ ਸ਼ੁਭ ਸੰਦੇਸ਼ ਵੀ
ਕਿਹਾ ਜਾਂਦਾ ਹੈ। ਇਸ ਨੂੰ ਸ਼ੁਭ ਸੰਦੇਸ਼ ਕਿਉਂ ਕਿਹਾ ਜਾਂਦਾ ਹੈ? ਇਹਦਾ ਇਸ ਲਈ ਹੈ ਕਿਉਂਕਿ ਇਹ ਸਾਨੂੰ ਸ਼ਾਨਦਾਰ ਦੇਸ਼ ਵਿੱਚ ਮਤਲਬ ਸਵਰਗ ਦੇ ਰਾਜ ਵਿੱਚ 행하게 만들고 ਪ੍ਰਵੇਸ਼ ਕਰਨ ਲਈ ਸਾਰੀਆਂ ਜ਼ਰੂਰਤਾਂ ਬਾਰੇ ਸਿਖਾਉਂਦਾ ਹੈ। 자녀가 되게 해서 천국 ਇਹ ਸਾਨੂੰ ਜ਼ਰੂਰੀ ਕਦਮ ਚੁੱਕਣ ਦਿੰਦਾ ਹੈ ਤਾਂ ਜੋ ਅਸੀਂ ਪਰਮੇਸ਼ਰ ਦੀ ਸੰਤਾਨ ਬਣ ਸਕੀਏ। ਇਸ ਲਈ ਇਹ ਦੁਨੀਆ ਦੇ ਸਾਰੇ ਲੋਕਾਂ ਲਈ ਸਭ ਤੋਂ ਚੰਗਾ ਅਤੇ ਸਭ ਤੋਂ ਵੱਧ ਉਡੀਕ ਵਾਲਾ ਸੰਦੇਸ਼ ਹੈ। ਇਹ ਸਾਰੀ ਮਨੁੱਖ ਜਾਤੀ ਲਈ ਸਭ ਤੋਂ ਵੱਡਾ ਸੰਦੇਸ਼ ਦਰਅਸਲ ਸ਼ੁਭ ਸੰਦੇਸ਼ ਹੈ ਕਿ ਇਹ ਪਰਮੇਸ਼ਰ ਦੀ ਮਰਜ਼ੀ ਨਹੀਂ ਹੈ ਕਿ ਅਸੀਂ ਇਸ ਸ਼ੁਭ ਸੰਦੇਸ਼ ਨੂੰ ਸਿਰਫ ਆਪਣੇ ਤੱਕ ਹੀ ਨਾ ਰੱਖੀਏ ਬਲਕਿ ਇਸ ਨੂੰ ਕਈ ਲੋਕਾਂ ਤੱਕ ਪਹੁੰਚਾਈਏ। ਬੇਸ਼ੱਕ ਉਹਨਾਂ ਲੋਕਾਂ ਨੂੰ ਛੱਡ ਜੋ ਸੁਣਦੇ ਹੋਏ ਵੀ 실행 ਕੋਈ ਕੰਮ ਨਹੀਂ ਕਰਦੇ ਕਿ ਸਾਨੂੰ ਉਹਨਾਂ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ ਜੋ ਖੁਸ਼ਖਬਰੀ ਦਾ ਪਾਲਣ ਕਰਨ ਅਤੇ ਪਰਮੇਸ਼ਰ ਦੇ ਰਾਜ ਵਿੱਚ ਦੇਸ਼ਵਾਸ ਹੋਣ ਲਈ ਕੋਸ਼ਿਸ਼ ਕਰ ਰਹੇ ਹਨ। 아니겠습니까? 그래서 ਅਜਿਹਾ ਕਰਨ ਨਾਲ ਮੈਨੂੰ ਆਸ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨਾਂ ਦੇ ਰੂਪ ਵਿੱਚ ਜਿਨ੍ਹਾਂ ਨੂੰ ਪਿਤਾ ਅਤੇ ਮਾਤਾ ਜੀ ਦੇ ਦੁਆਰਾ ਨਵੇਂ ਨੇਮ ਦੇ ਸੇਵਕਾਂ ਦੇ ਰੂਪ ਵਿੱਚ ਯੋਗ ਠਹਿਰਾਇਆ ਗਿਆ ਹੈ ਪਰਮੇਸ਼ਰ ਦੇ ਰਾਜ ਨੂੰ ਵਿਰਾਸਤ ਵਿੱਚ ਪਾਉਣਗੇ। ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਪਹਿਲੀ ਜ਼ਰੂਰਤ ਪਰਮੇਸ਼ਰ ਨੂੰ ਪਹਿਚਾਨਣਾ ਹੈ। ਦੂਸਰਾ ਥੈਸਲੋਨੀਕੀਓ ਅਧਿਆਇ 1 ਵਚਨ 7 ਦੇ ਅਨੁਸਾਰ ਜਦੋਂ ਨਿਆਂ ਦੇ ਦਿਨ ਪਰਮੇਸ਼ਰ ਧਰਤੀ ਉੱਤੇ ਆਉਂਦੇ ਹਨ ਫਿਰ ਉਹ ਉਹਨਾਂ ਸਾਰਿਆਂ ਨੂੰ ਦੰਡ ਦੇਣਗੇ ਜੋ ਪਰਮੇਸ਼ਰ ਨੂੰ ਨਹੀਂ ਪਹਿਚਾਨਦੇ। ਜੋ ਲੋਕ ਪਰਮੇਸ਼ਰ ਨੂੰ ਪਹਿਚਾਨਣ ਦਾ ਦਾਅਵਾ ਕਰਦੇ ਹਨ ਉਹਨਾਂ ਨੂੰ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਉੱਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ। ਇਹ ਪਹਿਲੀ ਜ਼ਰੂਰਤ ਹੈ। ਹੋਸ਼ਿਆ ਦੇ 6 ਵਚਨ 3 ਵਿੱਚ ਲਿਖਿਆ ਗਿਆ ਹੈ 그러므로 ਅਸੀਂ ਜਾਣੀਏ 여호와를 알자. 힘써 ਅਸੀਂ ਯਹੋਵਾ ਨੂੰ ਜਾਣਨ ਲਈ ਪਿੱਛੇ ਲੱਗੀਏ। 하나님을 알자라는 뜻이죠. ਉਹਦਾ ਨਿਕਲਣਾ ਫਜਰ ਵਾਂਗੂ ਯਕੀਨੀ ਹੈ। ਉਹ ਸਾਡੇ ਕੋਲ ਵਰਖਾ ਵਾਂਗੂ ਆਵੇਗਾ ਛਿੱਕੜਲੀ ਵਰਖਾ ਵਾਂਗੂ ਜਿਹੜੀ ਭੂਮੀ ਨੂੰ ਸਿੰਜਦੀ ਹੈ। ਵਚਨ 6 ਮੈਂ ਦਇਆ ਚਾਹੁੰਦਾ ਹਾਂ ਨਾ ਕਿ ਬਲੀਦਾਨ ਅਤੇ ਪਰਮੇਸ਼ਰ ਦਾ ਗਿਆਨ ਹੋਮ ਬਲੀਆਂ ਨਾਲੋਂ ਵੱਧ ਕੇ ਹੈ। 것을 원하노라라고 하셨습니다. 다시 말해 ਦੂਸਰੇ ਸ਼ਬਦਾਂ ਵਿੱਚ ਪਰਮੇਸ਼ਰ ਦੇ ਰਾਜ ਵਿੱਚ ਵਿਦੇਸ਼ਵਾਸ ਹੋਣ ਲਈ ਸਭ ਤੋਂ ਜ਼ਰੂਰੀ ਲੋੜ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰਨਾ ਹੈ। ਇਸ ਲਈ ਸਾਨੂੰ ਇਸ ਜ਼ਰੂਰਤ ਨੂੰ ਪੂਰਾ ਕਰਨਾ ਚਾਹੀਦਾ ਹੈ। ਪਿਤਾ ਪਰਮੇਸ਼ਰ ਦੇ ਨਾਲ-ਨਾਲ ਸਾਨੂੰ ਹੋਰ ਕਿਸ ਨੂੰ ਪਹਿਚਾਨਣਾ ਚਾਹੀਦਾ ਹੈ। ਸਾਨੂੰ ਮਾਤਾ ਪਰਮੇਸ਼ਰ ਦੀ ਮੌਜੂਦਗੀ ਨੂੰ ਜਾਣਨਾ ਚਾਹੀਦਾ ਹੈ ਅਤੇ ਉਹਨਾਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਅਤੇ ਸਾਨੂੰ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਦੁਆਰਾ ਸਥਾਪਿਤ ਨਵੇਂ ਨੇਮ ਦੀ ਸੱਚਾਈ ਨੂੰ ਅਮਲ ਵਿੱਚ ਲਿਆਉਣ ਲਈ ਵੀ 반드시 ਕਿਹਾ ਗਿਆ ਹੈ। 라고 하셨죠. ਆਓ ਅਸੀਂ ਯਰਮੀਆ ਅਧਿਆਇ 31 ਵਚਨ 31 ਦੇਖੀਏ। ਵੇਖੋ ਉਹ ਦਿਨ ਆ ਰਹੇ ਹਨ ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਾਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ। 것은 ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਵਿਆਦੜ ਸਾਂ ਯਹੋਵਾ ਦਾ ਵਾਕ ਹੈ। ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ ਮੈਂ ਆਪਣੀ ਵਿਵਸਥਾ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। 그들은 비로소 뭐가 됩니까? 내 백성이 될 것이라고 했습니다. 하나님 ਬੇਸ਼ੱਕ ਪਰਮੇਸ਼ਰ ਦੇ ਲੋਕ ਬਣ ਕੇ ਉਹ ਆਪਣੇ ਆਪ ਉਹਨਾਂ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਨ। 되겠죠. ਪਰਮੇਸ਼ਰ ਨੇ ਕਿਸ ਦੇ ਦੁਆਰਾ ਇਹ ਵਾਅਦਾ ਕੀਤਾ? ਨਵੇਂ ਨੇਮ ਦੇ ਦੁਆਰਾ। ਜਿਸ ਜਗ੍ਹਾ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਮੇਰੀ ਪ੍ਰਜਾ ਨਹੀਂ ਹੋ ਉਸੇ ਜਗ੍ਹਾ ਤੇ ਉਹ ਜਿਉਂਦੇ ਪਰਮੇਸ਼ਰ ਦੇ ਪੁੱਤਰ ਕਹਾਉਣਗੇ। 받지 못하는 위치 ਜੋ ਪਹਿਲਾਂ ਪਿਆਰੇ ਨਹੀਂ ਸੀ ਪਰ ਹੁਣ ਉਹਨਾਂ ਨੂੰ ਪਿਆਰੇ ਕਹਾਂਗਾ। ਇਸ ਦਾ ਮਤਲਬ ਹੈ ਕਿ ਉਹ ਉਹਨਾਂ ਦੇ ਰਾਜ ਵਿੱਚ ਵਿਦੇਸ਼ਵਾਸ ਹੋ ਸਕਦੇ ਹਨ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਉਹਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਆਓ ਅਸੀਂ ਵਚਨ 34 ਨਾਲ ਜਾਰੀ ਰਹੀਏ। ਉਹ ਫਿਰ ਕਦੀ ਹਰੇਕ ਆਪਣੇ ਗਵਾਂਢੀ ਨੂੰ ਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਵੇਗਾ ਭਾਈ ਯਹੋਵਾ ਨੂੰ ਜਾਣੋ ਕਿਉਂਕਿ ਉਹ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟਿਆਂ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ 죄악을 사 ਕਿਉਂਕਿ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਇਹਨਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਮੇਸ਼ਰ ਅਤੇ ਸਾਡੇ ਵਿਚਕਾਰ ਕਿਹੜਾ ਨੇਮ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਪਰਮੇਸ਼ਰ ਨੇ ਨਵੇਂ ਨੇਮ ਦੀ ਸਥਾਪਨਾ ਕੀਤੀ ਅਤੇ ਘੋਸ਼ਣਾ ਕੀਤੀ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਜਦੋਂ ਇਹ ਪੂਰਾ ਹੋ ਜਾਂਦਾ ਹੈ ਤਦ ਪ੍ਰਭੂ ਪੂਰਵ ਕਥਿਤ ਵਿਸ਼ਵ ਵਿੱਚ ਦੂਜਾ ਬੂਹਾ ਖੋਲ ਦੇਣਗੇ ਜਿੱਥੇ ਨਾ ਤਾਂ ਰਾਤ ਹੈ ਨਾ ਸ਼ਰਾਪ ਹੈ 왕이 ਨਾ ਦੁੱਖ ਜਾਂ ਸੋਗ ਹੈ।
고통이 ਇੱਕ 없는 세계, ਅਜਿਹੀ ਦੁਨੀਆ ਹੈ 아픔이 없는 세계, ਜਿੱਥੇ ਮੌਤ ਵੀ ਨਹੀਂ ਹੈ। 세계. ਇਹ ਖੁਸ਼ੀ ਅਤੇ ਪਿਆਰ ਨਾਲ ਭਰੀ ਇੱਕ ਜਗ੍ਹਾ ਹੈ ਜਿੱਥੇ ਅਸੀਂ ਰਾਜਾ ਬਣਾਂਗੇ। ਰਾਜਿਆਂ ਦੇ ਰੂਪ ਵਿੱਚ ਅਸੀਂ ਜੋ ਚਾਹੀਏ ਕਰ ਸਕਦੇ ਹਾਂ ਅਤੇ ਅਸੀਂ ਜੋ ਚਾਹੀਏ ਉਹ ਬਣ ਸਕਦੇ ਹਾਂ। 문을 열어주시겠다는 거죠. ਇਹ ਮੌਕਾ ਦੂਸਰਿਆਂ ਨੂੰ ਨਹੀਂ ਦਿੱਤਾ ਜਾਵੇਗਾ। ਆਓ ਅਸੀਂ ਮਤੀ ਅਧਿਆਇ 7 ਵਚਨ 21 ਨੂੰ ਦੇਖੀਏ। ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ ਕਿ ਅਸਾਂ ਤੇਰਾ ਨਾਮ ਲੈ ਕੇ ਅਗਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਤਦ ਮੈਂ ਉਹਨਾਂ ਨੂੰ ਸਪਸ਼ਟ ਆਖਾਂਗਾ ਕਿ ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਹੇ ਸਭ ਕੁਧਰਮੀਓ ਮੇਰੇ ਕੋਲੋਂ ਦੂਰ ਹੋ ਜਾਓ। हे सब कुधर्मियों मेरे कोलों दूर हो जाओ। कि ਇਹ ਸੰਕੇਤ ਨਹੀਂ ਦਿੰਦਾ ਕਿ ਪਰਮੇਸ਼ਰ ਆਖਰਕਾਰ ਸਵਰਗ ਦੇ ਰਾਜ ਵਿੱਚ ਉਹਨਾਂ ਦੇ ਵਿਦੇਸ਼ਵਾਸ ਹੋਣ ਨੂੰ ਖਾਰਿਜ ਕਰ ਦੇਣਗੇ। ਤੁਸੀਂ ਇਸ ਰਾਜ ਵਿੱਚ ਦਾਖਲ ਹੋਣ ਦੇ ਅਯੋਗ ਹੋ। ਤੁਸੀਂ ਸਾਰੇ ਮੇਰੇ ਕੋਲੋਂ ਦੂਰ ਹੋ ਜਾਓ। ਜਿਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਨਵਾਂ ਨੇਮ ਹੈ ਅਤੇ ਇਸ ਨੂੰ ਮੰਨਦੇ ਹਨ, ਉਹਨਾਂ ਨੂੰ ਪਰਮੇਸ਼ਰ ਨੇ ਕਿਹਾ, ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਹੁਣ ਤੋਂ ਹਮੇਸ਼ਾ ਲਈ ਜੀ ਭਰ ਕੇ ਪੂਰਾ ਆਨੰਦ, ਸਦੀਪਕ ਜੀਵਨ ਅਤੇ ਆਸ਼ੀਸ਼ਾਂ ਦਾ ਆਨੰਦ ਲਓ। ਜੋ ਤੁਸੀਂ ਚਾਹੁੰਦੇ ਹੋ ਲੈ ਲਓ। ਇਹ ਸਵਰਗ ਦਾ ਰਾਜ ਹੈ ਜੋ ਤੁਹਾਨੂੰ ਵਿਰਾਸਤ ਵਿੱਚ ਮਿਲਿਆ ਹੈ। ਹੁਣ ਅਸੀਂ ਉਸ ਦੁਨੀਆ ਵੱਲ ਦੌੜ ਰਹੇ ਹਾਂ। 달려가고 있습니다. ਪਿਤਾ ਅਤੇ ਮਾਤਾ ਜੀ ਨੇ ਸਵਰਗੀ ਦੇਸ਼ ਵਿੱਚ 이게 이런 날 ਸਾਡੇ ਵਿਦੇਸ਼ਵਾਸ ਹੋਣ ਲਈ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਹਨ। ਉਹਨਾਂ ਨੇ ਸਾਡੇ ਲਈ ਕਈ ਜਗ੍ਹਾ ਤਿਆਰ ਕੀਤੀਆਂ ਹਨ। ਜਿਸ ਦਿਨ ਅਸੀਂ ਪਿਤਾ ਅਤੇ ਮਾਤਾ ਜੀ ਨਾਲ ਉਹਨਾਂ ਦੀ ਮੇਜ਼ ਉੱਤੇ ਭੋਜਨ ਕਰਾਂਗੇ, ਉਹ ਸਾਨੂੰ ਉਹਨਾਂ ਮੁਸ਼ਕਿਲਾਂ ਨੂੰ ਯਾਦ ਕਰਨ ਲਈ ਸਮਾਂ ਦੇਣਗੇ ਜਿਨ੍ਹਾਂ ਦਾ ਅਸੀਂ ਧਰਤੀ ਉੱਤੇ ਅਨੁਭਵ ਕੀਤਾ ਹੈ। ਉਹ ਪੁੱਛਣਗੇ, ਮੇਰੇ ਜੇਠੇ ਪੁੱਤਰ, ਧਰਤੀ ਉੱਤੇ ਤੁਹਾਡਾ ਜੀਵਨ ਕਿਵੇਂ ਸੀ? ਉਹ ਕਹੇਗਾ, ਖੁਸ਼ਖਬਰੀ ਮਿਸ਼ਨ ਕਰਨ ਲਈ ਜੋ ਤੁਸੀਂ ਮੈਨੂੰ ਸੌਂਪਿਆ ਸੀ, ਮੈਂ ਜਗ੍ਹਾ ਜਗ੍ਹਾ ਗਿਆ। ਬਹੁਤ ਸਾਰੇ ਲੋਕਾਂ ਨੇ ਨਹੀਂ ਸੁਣਿਆ, ਪਰ ਅਸੀਂ ਫਿਰ ਵੀ ਆਪਣੇ ਸਵਰਗੀ ਪਰਿਵਾਰ ਦੇ ਕਈ ਮੈਂਬਰਾਂ ਨੂੰ ਲੱਭਣ ਵਿੱਚ ਸਮਰਥੀ ਸੀ। ਜਦ ਵੀ ਅਸੀਂ ਹਨੇਰੇ ਵਿੱਚ ਸੀ, ਤੁਸੀਂ ਸਾਡਾ ਰਾਹ ਰੋਸ਼ਨ ਕੀਤਾ। 우리가 ਜਦ ਵੀ ਅਸੀਂ ਨਹੀਂ ਜਾਣਦੇ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ, ਤੁਸੀਂ ਸਾਡੀ ਅਗਵਾਈ ਕੀਤੀ। 아버지 ਪਿਤਾ ਅਤੇ ਮਾਤਾ ਜੀ ਦੀ ਮਦਦ ਲਈ ਧੰਨਵਾਦ। ਸਭ ਕੁਝ ਨਿਰਵਿਘਨ ਹੋ ਗਿਆ। ਦੂਸਰੇ ਲੋਕਾਂ ਨੇ ਸਾਡੇ ਜੀਵਨ ਨੂੰ ਮੁਸ਼ਕਿਲ ਮੰਨਿਆ ਹੋਵੇਗਾ, ਪਰ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਹਰ ਦਿਨ ਆਤਮਿਕ ਰੂਪ ਨਾਲ ਸਵਰਗ ਵਿੱਚ ਹਾਂ। ਸਾਨੂੰ ਸੁਰੱਖਿਅਤ ਰੱਖਣ ਅਤੇ ਸਾਡੀ ਮਦਦ ਕਰਨ ਲਈ ਤੁਹਾਨੂੰ ਧੰਨਵਾਦ ਦਿੰਦੇ ਹਾਂ। ਪਿੱਛੇ ਮੁੜ ਕੇ ਦੇਖੀਏ ਤਾਂ ਅਸਲ ਵਿੱਚ ਸਾਡੇ ਕੋਲ ਮੁਸ਼ਕਿਲ ਸਮਾਂ ਬਿਲਕੁਲ ਨਹੀਂ ਸੀ। ਫਿਰ ਪਿਤਾ ਅਤੇ ਮਾਤਾ ਜੀ ਪੁੱਛਣਗੇ, ਮੇਰੇ ਸਭ ਤੋਂ ਛੋਟੇ ਪੁੱਤ, ਤੇਰਾ ਜੀਵਨ ਕਿਵੇਂ ਸੀ? ਉਹ ਜਵਾਬ ਦੇਗਾ, ਮੇਰਾ ਜੀਵਨ ਵੀ ਉਸੇ ਤਰ੍ਹਾਂ ਹੀ ਸੀ। ਪਿਤਾ ਅਤੇ ਮਾਤਾ ਜੀ ਤੋਂ ਘੋਸ਼ਣਾ ਕਰਨਗੇ, ਸਵਰਗਦੂਤੋ, ਸਾਡੇ ਰਾਜਕੁਮਾਰੋ ਅਤੇ ਰਾਜਕੁਮਾਰੀਆਂ ਲਈ ਸੰਗੀਤ ਵਜਾਓ। ਮੇਰੀਆਂ ਸੰਤਾਨਾਂ ਨੂੰ ਸੋਹਣੇ ਸਵਰਗੀ ਸੰਗੀਤ ਦਾ ਆਨੰਦ ਲੈਂਦੇ ਹੋਏ ਦਿਲਾਸਾ ਅਤੇ ਆਰਾਮ ਪਾਉਣ ਦਿਓ। 그 심신을 ਸਾਰੇ ਲੋਕੋ, 그런 ਕਿ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਉਹ ਦਿਨ ਅਸਲ ਵਿੱਚ ਕਿੰਨਾ ਨੇੜੇ ਹੈ? ਬਹੁਤ ਸਾਰੇ ਲੋਕ ਕਹਿੰਦੇ ਹਨ, ਫਲਾਣੇ ਵਿਅਕਤੀ ਨੇ ਕੋਈ ਸਟਾਕ ਮਾਰਕੀਟ ਵਿੱਚ ਨਿਵੇਸ਼ ਕੀਤਾ ਅਤੇ ਇੰਨਾ ਜਾਂ ਉਹਨਾਂ ਲਾਭ ਕਮਾਇਆ ਹੈ, ਜਾਂ ਕਿਸੇ ਨੇ ਆਪਣੇ ਭਵਿੱਖ ਲਈ ਇਹ ਜਾਂ ਉਹ ਬੀਮਾ ਕੀਤਾ ਹੈ। 들었대. ਪਰ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਭਰਮਾਏ ਨਾ ਜਾਈਏ, ਕਿਉਂਕਿ ਸ਼ੈਤਾਨ ਸਾਨੂੰ ਪਰਮੇਸ਼ਰ ਦੇ ਰਾਜ ਬਾਰੇ ਸੰਦੇਸ਼ ਸੁਣਨ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਲਈ ਸਾਨੂੰ ਸਵਰਗ ਨਾਲ ਜੁੜੀਆਂ ਗੱਲਾਂ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਵਿਦੇਸ਼ਵਾਸ ਹੋਣਾ ਚਾਹੁੰਦੇ ਹੋ, ਤਦ ਮੈਂ ਤੁਹਾਨੂੰ ਪਰਮੇਸ਼ਰ ਦੇ ਰਾਜ ਵਿੱਚ ਵਿਦੇਸ਼ਵਾਸ ਹੋਣ ਦੀ ਸਲਾਹ ਦਿੰਦਾ ਹਾਂ। ਸਵਰਗੀ ਦੇਸ਼ ਵਿੱਚ ਦਾਖਲ ਹੋਣ ਲਈ ਜ਼ਰੂਰਤਾਂ ਹੁੰਦੀਆਂ ਹਨ। ਸਾਨੂੰ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਸਾਨੂੰ ਨਵੇਂ ਨੇਮ ਦੀ ਸੱਚਾਈ ਨੂੰ ਮਨਾਉਣਾ ਚਾਹੀਦਾ ਹੈ ਅਤੇ ਸਾਨੂੰ ਭਰਾਵਾਂ ਅਤੇ ਭੈਣਾਂ ਵਿਚਕਾਰ ਪਿਆਰ ਸਾਂਝਾ ਕਰਨਾ ਚਾਹੀਦਾ ਹੈ। ਸਾਡੇ ਕੋਲ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰ ਸਕਦੇ ਹਾਂ ਅਤੇ ਬਿਨਾਂ ਕਿਸੇ ਸ਼ਿਕਾਇਤ ਦੇ ਆਨੰਦ ਲੱਭ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇੱਕ ਵਾਰ ਜਦੋਂ ਅਸੀਂ ਸਵਰਗ ਮੁੜਾਂਗੇ, ਤਦ ਅਸੀਂ ਸਵਰਗ ਦੀ ਭਾਸ਼ਾ ਬੋਲਣ ਵਿੱਚ ਸਮਰਥੀ ਹੋਵਾਂਗੇ, ਜੋ ਇਸ ਤਰ੍ਹਾਂ ਪਰਮੇਸ਼ਰ ਦੀ ਘੋਸ਼ਣਾ ਕਰਦੇ ਹੋਏ ਪ੍ਰਸ਼ੰਸਾ ਕਰਦੇ ਹਨ, ਧੰਨਵਾਦ ਪਿਤਾ ਅਤੇ ਮਾਤਾ ਜੀ, ਸਾਰੀ ਵਡਿਆਈ ਤੁਹਾਡੀ ਹੋਵੇ। 자, 그렇다면 ਫਿਰ 자, 이 새 ਨਵਾਂ ਨੇਮ 어디에서 나오는지 ਕਿੱਥੋਂ ਆਉਂਦਾ ਹੈ? 이사야 ਆਓ ਅਸੀਂ ਯਸ਼ਾਇਆ ਦੀ ਕਿਤਾਬ ਅਧਿਆਇ 51 ਵਚਨ 4 ਦੇਖੀਏ। ਹੇ ਮੇਰੀ ਪ੍ਰਜਾ, ਮੇਰੇ ਵੱਲ ਧਿਆਨ ਦਿਓ। ਹੇ ਮੇਰੀ ਉਮਤ, ਮੇਰੇ ਵੱਲ ਕੰਨ ਲਾਓ। ਵਿਵਸਥਾ ਕਿੱਥੋਂ ਨਿਕਲੇਗੀ? ਵਿਵਸਥਾ ਤਾਂ ਮੈਥੋਂ ਨਿਕਲੇਗੀ। 말할 것이라고 했어요. ਸਾਨੂੰ ਨਵੇਂ ਨੇਮ ਦੀ ਵਿਵਸਥਾ 주시는 분이 ਕਿਸਨੇ ਸਿਖਾਈ? ਪਰਮੇਸ਼ਰ ਨੇ। 계십니다.
ਭਾਵੇਂ ਦੁਨੀਆ ਵਿੱਚ ਕਈ ਧਾਰਮਿਕ ਵਿਦਵਾਨ ਹਨ, ਪਰ ਉਹਨਾਂ ਵਿੱਚ ਕੋਈ ਵੀ ਪਰਮੇਸ਼ਰ ਦੇ ਨਵੇਂ ਨੇਮ ਦੀ ਵਿਵਸਥਾ ਦੀ ਘੋਸ਼ਣਾ ਨਹੀਂ ਕਰ ਸਕਦਾ ਜੋ ਸਾਨੂੰ ਜੀਵਨ ਦੀ ਸੱਚਾਈ ਸਿਖਾਉਂਦੇ ਹਨ। ਇੱਦਾਂ ਇਸ ਲਈ ਹੈ ਕਿਉਂਕਿ ਵਿਵਸਥਾ ਪਰਮੇਸ਼ਰ ਵੱਲੋਂ ਦਿੱਤੀ ਜਾਵੇਗੀ। ਜੋ ਲੋਕ ਪਰਮੇਸ਼ਰ ਦੀ ਆਵਾਜ਼ ਸੁਣਦੇ ਹਨ ਅਤੇ ਉਹਨਾਂ ਦੇ ਵਚਨਾਂ ਅਨੁਸਾਰ ਕੰਮ ਕਰਦੇ ਹਨ, ਉਹ ਪਰਮੇਸ਼ਰ ਦੀ ਘੋਸ਼ਣਾ ਸੁਣਨਗੇ, ਤੁਸੀਂ ਮੇਰੀ ਪ੍ਰਜਾ ਹੋ। ਅਜਿਹਾ ਕਿਉਂ ਹੈ ਕਿ ਪਰਮੇਸ਼ਰ ਉਹਨਾਂ ਨੂੰ ਆਪਣੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਕਰਦੇ ਹਨ? ਆਓ ਅਸੀਂ ਮਤੀ ਦੀ ਕਿਤਾਬ ਉੱਤੇ ਜਾਈਏ। ਮਤੀ ਦੇ 26 ਵਚਨ 17। ਫਤੀਲੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਫਸਾ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ ਹੈ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਫਸਾ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਫਸਾ ਤਿਆਰ ਕੀਤੀ। ਆਓ ਅਸੀਂ ਵਚਨ 26 ਉੱਤੇ ਜਾਈਏ। ਜਦ ਉਹ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਕੀ ਹੈ? ਇਹ ਮੇਰਾ ਸਰੀਰ ਹੈ। ਮਸੀਹ ਨੇ ਸਾਨੂੰ ਸਿਖਾਇਆ ਕਿ ਉਹਨਾਂ ਦਾ ਸਰੀਰ ਖੁਦ ਪਰਮੇਸ਼ਰ ਦਾ ਪਵਿੱਤਰ ਮਾਸ ਹੈ। ਆਓ ਅਸੀਂ ਵਚਨ 27 ਦੇਖੀਏ। ਫਿਰ ਉਹਨੇ ਦਾਖਰਸ ਦਾ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਪਰਮੇਸ਼ਰ ਨੇ ਸਾਰੀ ਮਨੁੱਖ ਜਾਤੀ ਨੂੰ ਪਸਾਹ ਦੀ ਰੋਟੀ ਖਾਣ ਅਤੇ ਪਸਾਹ ਦਾ ਦਾਖਮਧੂ ਪੀਣ ਦੀ ਇਜਾਜ਼ਤ ਦਿੱਤੀ, ਕਿਉਂਕਿ ਪਰਮੇਸ਼ਰ ਦਾ ਅਮਰ ਮਾਸ ਸਾਡੇ ਸਰੀਰ ਵਿੱਚ ਆਉਂਦਾ ਹੈ ਅਤੇ ਉਹਨਾਂ ਦਾ ਪਵਿੱਤਰ ਲਹੂ ਸਾਡੇ ਅੰਦਰ ਵਗਦਾ ਹੈ। ਫਿਰ ਇਹ ਇੱਕ ਨਿਸ਼ਾਨ ਬਣ ਜਾਂਦਾ ਹੈ। ਕਿ ਇਸ ਕਰਕੇ ਫਸਹ ਨੂੰ ਮੁਕਤੀ ਦਾ ਨਿਸ਼ਾਨ ਨਹੀਂ ਕਿਹਾ ਜਾਂਦਾ, ਜਿਸ ਤਰ੍ਹਾਂ ਅਸੀਂ 3500 ਸਾਲ ਪਹਿਲਾਂ ਕੂਚ ਦੇ ਇਤਿਹਾਸ ਵਿੱਚ ਦੇਖ ਸਕਦੇ ਹਾਂ। ਠੀਕ ਉਸੇ ਤਰ੍ਹਾਂ ਜਿਨ੍ਹਾਂ ਲੋਕਾਂ ਕੋਲ ਮਸੀਹ ਦਾ ਮਾਸ ਅਤੇ ਲਹੂ ਹੈ, ਉਹ ਬਿਪਤਾਵਾਂ ਤੋਂ ਬਚਣ ਲਈ ਨਿਯੁਕਤ ਹਨ। ਪਰਮੇਸ਼ਰ ਉਹਨਾਂ ਨੂੰ ਬਿਪਤਾਵਾਂ ਤੋਂ ਬਚਣ ਦੀ ਇਜਾਜ਼ਤ ਇਸ ਲਈ ਦਿੰਦੇ ਹਨ ਕਿਉਂਕਿ ਨਵੇਂ ਨੇਮ ਦੀ ਸੱਚਾਈ ਵਿੱਚ ਪਰਮੇਸ਼ਰ ਦਾ ਪਵਿੱਤਰ ਮਾਸ ਅਤੇ ਲਹੂ ਹੈ। ਇਸ ਲਈ ਯਿਰਮੀਆ ਅਧਿਆਇ 31 ਵਿੱਚ ਲਿਖਿਆ ਗਿਆ ਹੈ, ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਅਤੇ ਨਵੇਂ ਨੇਮ ਵਿੱਚ ਉਸ ਰਿਸ਼ਤੇ ਨੂੰ ਪਿਤਾ, ਮਾਤਾ ਅਤੇ ਉਹਨਾਂ ਦੀਆਂ ਸੰਤਾਨਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਆਓ ਅਸੀਂ ਦੂਜਾ ਕਰੰਥੀਆਂ ਅਧਿਆਇ 6 ਵਚਨ 16 ਦੇਖੀਏ। ਅਤੇ ਪਰਮੇਸ਼ਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ। ਜਿਵੇਂ ਪਰਮੇਸ਼ਰ ਨੇ ਵਚਨ ਕੀਤਾ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ। ਮੈਂ ਕੀ ਹੋਵਾਂਗਾ? ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਕੀ ਹੋਣਗੇ? ਉਹ ਮੇਰੀ ਪ੍ਰਜਾ ਹੋਣਗੇ। ਇਸ ਵਚਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਅਗਲੀ ਆਇਤ 18 ਦੇ ਨਾਲ ਤੁਲਨਾ ਕਰਦੇ ਹੋਏ ਆਓ ਅਸੀਂ ਦੇਖੀਏ ਕਿ ਇਹ ਰਿਸ਼ਤਾ ਕਿਵੇਂ ਬਦਲਦਾ ਹੈ। ਪਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਇਸ ਨਿਰਣਾਇਕ ਕਾਰਕ ਕਾਰਨ ਰਿਸ਼ਤੇ ਵਿੱਚ ਬਦਲਾਵ ਹੋਇਆ, ਉਹ ਨਵਾਂ ਨੇਮ ਹੈ। ਨਵੇਂ ਨੇਮ ਦੇ ਦੁਆਰਾ ਪਰਮੇਸ਼ਰ ਨੇ ਆਪਣੇ ਪਵਿੱਤਰ ਮਾਸ ਅਤੇ ਕੀਮਤੀ ਲਹੂ ਨੂੰ ਸਾਡੇ ਵਿੱਚ ਰੱਖ ਦਿੱਤਾ। ਆਖਿਰਕਾਰ ਪਰਮੇਸ਼ਰ ਅਤੇ ਸਾਡੇ ਵਿੱਚ ਕੀ ਸਬੰਧ ਹੈ? ਕਿ ਪਰਮੇਸ਼ਰ ਅਤੇ ਉਹਨਾਂ ਦੇ ਲੋਕਾਂ ਦੇ ਵਿੱਚ ਦਾ ਰਿਸ਼ਤਾ ਇੱਕ ਪਿਤਾ ਅਤੇ ਉਹਨਾਂ ਦੀਆਂ ਸੰਤਾਨਾਂ ਦੇ ਵਿੱਚ ਦੇ ਰਿਸ਼ਤੇ ਵਿੱਚ ਨਹੀਂ ਬਦਲਿਆ। ਇਹ ਇਸ ਕਾਰਨ ਹੈ ਕਿ ਪਰਮੇਸ਼ਰ ਇਹਨਾਂ ਸਭ ਲੋਕਾਂ ਨੂੰ ਸਵਰਗ ਦੇ ਰਾਜ ਵਿੱਚ ਵਿਦੇਸ਼ਵਾਸ ਹੋਣ ਦੀ ਆਗਿਆ ਦਿੰਦੇ ਹਨ। ਬਾਈਬਲ ਉਹਨਾਂ ਲੋਕਾਂ ਦਾ ਜਿਹੜੇ ਸਵਰਗ ਦੇ ਰਾਜ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨਗੇ ਵਾਅਦੇ ਦੀਆਂ ਸੰਤਾਨਾਂ ਦੇ ਰੂਪ ਵਿੱਚ ਵਰਣਨ ਕਰਦੀ ਹੈ। ਆਓ ਅਸੀਂ ਗਲਾਤੀਆਂ ਦੀ ਪੁਸਤਕ ਅਧਿਆਇ 4 ਵਚਨ 26 ਦੇ ਨਾਲ ਜਾਰੀ ਰੱਖੀਏ। ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਜ ਜੈਕਾਰਾ ਗੱਜਾ, ਤੂੰ ਜੋ ਨਹੀਂ ਚਣੀ ਖੁੱਲ੍ਹ ਕੇ ਗਾ ਅਤੇ ਚਿੱਲਾ, ਤੂੰ ਜੇ ਨੂੰ ਪੀੜਾ ਨਹੀਂ ਲੱਗੀਆਂ। ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। ਪਰ ਜਿਵੇਂ ਉਸ ਸਮੇਂ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹਨੂੰ ਸਤਾਉਂਦਾ ਸੀ, ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ। ਪਰ ਧਰਮ ਪੁਸਤਕ ਕੀ ਆਖਦਾ ਹੈ? ਗੋਲੀ ਅਤੇ ਉਸਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਨਾਲ ਅਧਿਕਾਰੀ ਨਹੀਂ ਹੋਵੇਗਾ। ਇਸ ਲਈ ਹੇ ਭਰਾਵੋ, ਅਸੀਂ ਗੋਲੀ ਦੀ ਨਹੀਂ ਸਗੋਂ ਕਿਸ ਦੀ ਸੰਤਾਨ? ਆਜ਼ਾਦ ਦੀ ਸੰਤਾਨ ਹਾਂ। ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਜ਼ਾਦ ਇਸਤਰੀ ਜੋ ਸਾਡੀ ਮਾਤਾ ਹੈ ਦੀਆਂ ਸਾਰੀਆਂ ਸੰਤਾਨਾਂ ਵਾਅਦੇ ਕੀਤੀ ਹੋਈ ਵਿਰਾਸਤ ਪ੍ਰਾਪਤ ਕਰਨਗੇ।
ਕਿਉਂਕਿ ਗੁਲਾਮ ਦੀ ਸੰਤਾਨ ਮਾਤਾ ਜੀ ਦੀਆਂ ਸੰਤਾਨਾਂ ਦੇ ਨਾਲ ਵਿਰਾਸਤ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਦ ਪਰਮੇਸ਼ਰ ਉਹਨਾਂ ਦੇ ਰਾਹ ਨੂੰ ਬੰਦ ਕਰਦੇ ਹਨ ਅਤੇ ਉਹਨਾਂ ਸਭਨਾਂ ਨੂੰ ਬਾਹਰ ਕੱਢਦੇ ਹਨ। ਪਰਮੇਸ਼ਰ ਦੇ ਰਾਜ ਦੀ ਵਿਰਾਸਤ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ। ਸਿਰਫ ਉਹ ਸੰਤਾਨਾਂ 'ਚੋਂ ਨਵੇਂ ਨਿਯਮ ਵਿੱਚ ਬਣੇ ਰਹਿੰਦੇ ਹਨ ਅਤੇ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹਨ, ਉਹ ਇਸ ਵਿਰਾਸਤ ਨੂੰ ਸਾਂਝਾ ਕਰਨਗੇ। ਪਰਮੇਸ਼ਰ ਕਹਿਣਗੇ, ਰਾਜਕੁਮਾਰੀ ਜੋਤੀ ਇਹ ਵਿਰਾਸਤ ਵਿੱਚ ਲਵੋ, ਰਾਜਕੁਮਾਰੀ ਚਾਂਦਨੀ ਉਹ ਵਿਰਾਸਤ ਵਿੱਚ ਲਵੋ। ਪਰਮੇਸ਼ਰ ਨੇ ਪਹਿਲਾਂ ਤੋਂ ਹੀ ਸਭ ਕੁਝ ਤਿਆਰ ਕਰ ਲਿਆ ਹੈ ਅਤੇ ਉਹ ਹੁਣ ਸਾਡਾ ਇੰਤਜ਼ਾਰ ਕਰ ਰਹੇ ਹਨ। ਜਿਵੇਂ ਮਤੀ 7 ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਹੈ ਕਿ ਇਹ ਭਵਿੱਖਬਾਣੀ ਨਹੀਂ ਕੀਤੀ ਗਈ ਕਿ ਕੁਕਰਮ ਕਰਨ ਵਾਲੇ ਅਤੇ ਕੁੱਤੇ, ਟੋਣੇ, ਵਿਅਭਿਚਾਰੀ ਅਤੇ ਝੂਠੇ ਕਦੇ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਦੁਨੀਆ ਜਿੱਥੇ ਕੁਕਰਮ ਕਰਨ ਵਾਲੇ ਕਦੇ ਪ੍ਰਵੇਸ਼ ਨਹੀਂ ਕਰ ਸਕਦੇ, ਉਹ ਪਰਮੇਸ਼ਰ ਦਾ ਰਾਜ ਹੈ। ਹਾਲਾਂਕਿ ਸਾਡੇ ਲਈ ਪਰਮੇਸ਼ਰ ਨੇ ਸਵਰਗ ਦੇ ਬੂਹੇ ਵਿਆਪਕ ਰੂਪ ਨਾਲ ਖੋਲ੍ਹ ਦਿੱਤੇ ਹਨ, ਕਿਉਂਕਿ ਤੁਸੀਂ ਵਿਦੇਸ਼ਵਾਸ ਹੋਣ ਲਈ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਅਤੇ ਉਹ ਮੰਨ ਰਹੇ ਹੋ ਜੋ ਪਰਮੇਸ਼ਰ ਨੇ ਸਾਨੂੰ ਧਰਤੀ ਤੇ ਸਿਖਾਇਆ ਹੈ, ਤਦ ਤੁਸੀਂ ਸਾਰੇ ਅੰਦਰ ਜਾਣ ਵਾਲੇ ਬੂਹੇ ਤੋਂ ਲੰਘ ਸਕਦੇ ਹੋ। ਕਿ ਤੁਸੀਂ ਪਿਤਾ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹੋ? ਹਾਂ, ਇਜਾਜ਼ਤ ਹੈ। ਕਿ ਤੁਸੀਂ ਮਾਤਾ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹੋ? ਹਾਂ, ਇਜਾਜ਼ਤ ਹੈ। ਕਿ ਤੁਸੀਂ ਨਵੇਂ ਨੇਮ ਦੀ ਸਾਰੀ ਸੱਚਾਈ ਨੂੰ ਮੰਨਿਆ ਹੈ? ਹਾਂ, ਇਜਾਜ਼ਤ ਹੈ। ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੈ ਜੋ ਸਵਰਗ ਦੇ ਰਾਜ ਲਈ ਸਾਡੇ ਵਿਦੇਸ਼ਵਾਸ ਹੋਣ ਨੂੰ ਅਯੋਗ ਠਹਿਰਾਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਪਿਤਾ ਪਰਮੇਸ਼ਰ ਧਰਤੀ ਉੱਤੇ ਆਇਆ ਅਤੇ ਸਾਨੂੰ ਆਪਣੀਆਂ ਸਿੱਖਿਆਵਾਂ ਦਿੱਤੀਆਂ ਅਤੇ ਮਾਤਾ ਪਰਮੇਸ਼ਰ ਉਹਨਾਂ ਸਿੱਖਿਆਵਾਂ ਦੇ ਅਨੁਸਾਰ ਸਾਡਾ ਪਾਲਣ ਪੋਸ਼ਣ ਕਰ ਰਹੇ ਹਨ। ਇਸ ਲਈ ਬਾਈਬਲ ਸਾਨੂੰ ਜਿੱਥੇ ਵੀ ਪਰਮੇਸ਼ਰ ਜਾਂਦੇ ਹਨ ਉੱਥੇ ਉਹਨਾਂ ਦੇ ਪਿੱਛੇ ਜਾਣ ਨੂੰ ਕਹਿੰਦੀ ਹੈ। ਅੰਤ ਵਿੱਚ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇੱਕ ਹੋਰ ਆਇਤ ਦੇਖੀਏ। ਅਧਿਆਇ 22 ਵਚਨ 17, ਆਤਮਾ ਅਤੇ ਲਾੜੀ, ਦੂਸਰੇ ਸ਼ਬਦਾਂ ਵਿੱਚ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਆਖਦੀ ਹੈ ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਧਿਆਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਆਤਮਾ ਅਤੇ ਦੁਲਹਨ ਦੋਨੋਂ ਕਹਿੰਦੀ ਹੈ, ਜੋ ਕੋਈ ਆਤਮਾ ਅਤੇ ਲਾੜੀ ਦੀ ਆਵਾਜ਼ ਸੁਣਦਾ ਹੈ ਉਹ ਆਵੇ, ਜਿਹੜਾ ਧਿਆਇਆ ਹੋਵੇ ਉਹ ਆਵੇ, ਅਤੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 1 ਦੇ ਅਨੁਸਾਰ ਅੰਮ੍ਰਿਤ ਜਲ ਦੀ ਨਦੀ ਕਿੱਥੇ ਹੈ? ਉਹ ਪਰਮੇਸ਼ਰ ਦੇ ਰਾਜ ਵਿੱਚ ਹੈ। ਕਿ ਜੀਵਨ ਦਾ ਜਲ ਲਵੋ ਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਨੂੰ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਉਹਨਾਂ ਨੂੰ ਕਿਸ ਦੇ ਕੋਲ ਆਉਣਾ ਚਾਹੀਦਾ ਹੈ? ਜਦ ਉਹ ਆਤਮਾ ਤੇ ਲਾੜੀ ਨੂੰ ਲੱਭਦੇ ਹਨ ਅਤੇ ਉਹਨਾਂ ਕੋਲ ਆਉਂਦੇ ਹਨ, ਉਹਨਾਂ ਨੂੰ ਮਿਲਦੇ ਹਨ ਅਤੇ ਉਹਨਾਂ ਤੇ ਵਿਸ਼ਵਾਸ ਕਰਦੇ ਹਨ, ਤਦ ਉਹ ਆਪਣੇ ਵਿਦੇਸ਼ਵਾਸ ਹੋਣ ਦੇ ਲਈ ਸਭ ਤੋਂ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਕਾਬਿਲ ਹੋਣਗੇ। ਸ਼ੁਕਰ ਹੈ ਸਾਡੇ ਸਾਰੇ ਸਿਓਨ ਦੇ ਮੈਂਬਰਾਂ ਨੇ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ। ਅਸੀਂ ਅਤੀਤ ਵਿੱਚ ਕੁਝ ਨਹੀਂ ਸੀ, ਪਰ ਸਿਰਫ ਉਹ ਆਤਮਾ ਸੀ ਜਿਸ ਨੇ ਸਵਰਗ ਵਿੱਚ ਪਾਪ ਕੀਤਾ ਸੀ ਅਤੇ ਜਿਸ ਨੂੰ ਧਰਤੀ ਤੇ ਸੁੱਟ ਦਿੱਤਾ ਗਿਆ ਸੀ। ਪਰ ਪਿਤਾ ਅਤੇ ਮਾਤਾ ਜੀ ਦੀ ਕਿਰਪਾ ਦੇ ਲਈ ਧੰਨਵਾਦ, ਹੁਣ ਸਾਨੂੰ ਨਵੇਂ ਨੇਮ ਦੁਆਰਾ ਮਾਫ ਕੀਤਾ ਗਿਆ ਅਤੇ ਨਵਾਂ ਜਨਮ ਦਿੱਤਾ ਗਿਆ। ਪਿਤਾ ਅਤੇ ਮਾਤਾ ਜੀ ਸਾਰੀ ਮਨੁੱਖ ਜਾਤੀ ਨੂੰ ਬੁਲਾ ਰਹੇ ਹਨ, ਜੋ ਕੋਈ ਚਾਹੇ ਉਹ ਮੇਰੇ ਕੋਲ ਆਵੇ। ਫਿਰ ਵੀ ਸੰਸਾਰ ਦੇ ਲੋਕ ਆਉਣ ਦੇ ਯੋਗ ਨਹੀਂ ਹਨ। ਇਹ ਇਸ ਲਈ ਹੈ ਕਿਉਂਕਿ ਸਿਓਨ ਸਵਰਗ ਦੀਆਂ ਸੰਤਾਨਾਂ ਲਈ ਇੱਕ ਜਗ੍ਹਾ ਹੈ। ਤੁਸੀਂ ਸੋਚ ਸਕਦੇ ਹੋ ਜੇ ਅਸੀਂ ਉਹਨਾਂ ਨੂੰ ਪ੍ਰਚਾਰ ਕਰਾਂਗੇ ਤਦ ਉਹ ਆ ਸਕਣਗੇ, ਪਰ ਜਿਨ੍ਹਾਂ ਲੋਕਾਂ ਦੇ ਕੋਲ ਸਾਡਾ ਪ੍ਰਚਾਰ ਸੁਣਨ ਲਈ ਕੰਨ ਹਨ, ਸਿਰਫ ਉਹੀ ਆ ਸਕਦੇ ਹਨ। ਤੁਸੀਂ ਸੋਚ ਸਕਦੇ ਹੋ ਕਿ ਇਹ ਸੁਣਨ ਅਤੇ ਸਮਝਣ ਦੇ ਲਈ ਸਰਲ ਨਹੀਂ ਹੈ, ਪਰ ਅਸਲੀਅਤ ਵਿੱਚ ਆਤਮਿਕ ਦੁਨੀਆ ਵਿੱਚ ਚੀਜ਼ਾਂ ਇਸ ਤਰ੍ਹਾਂ ਕੰਮ ਨਹੀਂ ਕਰਦੀਆਂ ਹਨ। ਸਾਡੇ ਸਾਰੇ ਸਿਓਨ ਮੈਂਬਰ ਜੋ ਨਵੇਂ ਨੇਮ ਦੀ ਸੱਚਾਈ ਦਾ ਪਾਲਣ ਕਰ ਰਹੇ ਹਨ, ਸਾਰੇ ਵਿਦੇਸ਼ਵਾਸ ਹੋਣ ਲਈ ਯੋਗ ਹੈ। ਕਿਹੜੇ ਦੇਸ਼ ਵਿੱਚ ਵਿਦੇਸ਼ਵਾਸ ਹੋਣਾ ਹੈ? ਭਾਵੇਂ ਹੀ ਦੁਨੀਆ ਵਿੱਚ ਅਣਗਿਣਤ ਦੇਸ਼ ਹਨ ਅਤੇ ਬ੍ਰਹਿਮੰਡ ਵਿੱਚ ਬਹੁਤ ਸਾਰੀਆਂ ਦੁਨੀਆਂ ਹਨ, ਪਰ ਸਾਨੂੰ ਪਿਤਾ ਅਤੇ ਮਾਤਾ ਜੀ ਦੇ ਸਵਰਗ ਦੇ ਰਾਜ ਵਿੱਚ ਵਿਦੇਸ਼ਵਾਸ ਹੋਣਾ ਚਾਹੀਦਾ ਹੈ, ਜਿੱਥੇ ਵਡਿਆਈ, ਕਿਰਪਾ ਅਤੇ ਸਦੀਪਕ ਆਸ਼ੀਸ਼ਾਂ ਵਗਦੀਆਂ ਰਹਿੰਦੀਆਂ ਹਨ। ਖੁਦ ਪਰਮੇਸ਼ਰ ਨੇ ਪੁਸ਼ਟੀ ਕੀਤੀ ਕਿ ਅਸੀਂ ਉਹਨਾਂ ਦੇ ਰਾਜ ਦੇ ਵਿਦੇਸ਼ਵਾਸ ਹੋਣ ਲਈ ਜ਼ਰੂਰਤਾਂ ਨੂੰ ਪੂਰਾ ਕਰ ਚੁੱਕੇ ਹਾਂ ਅਤੇ ਇਸ ਤੇ ਮੋਹਰ ਲਾ ਕੇ ਆਪਣੀ 100% ਪ੍ਰਵਾਨਗੀ ਦਿੱਤੀ ਹੈ। ਪਰਮੇਸ਼ਰ ਕਹਿੰਦੇ ਹਨ ਤੁਸੀਂ ਸਾਰੇ ਸਵਰਗੀ ਦੇਸ਼ ਵਿੱਚ ਪ੍ਰਵੇਸ਼ ਕਰ ਸਕਦੇ ਹੋ। ਸਾਨੂੰ ਸਾਰਿਆਂ ਨੂੰ ਇਸ ਦੇ ਲਈ ਅਸਲ ਵਿੱਚ ਧੰਨਵਾਦੀ ਹੋਣਾ ਚਾਹੀਦਾ ਹੈ। ਸਿਓਨ ਦੀਆਂ ਸੰਤਾਨਾਂ ਦੇ ਰੂਪ ਵਿੱਚ ਆਓ ਅਸੀਂ ਅੰਤ ਤੱਕ ਸਵਰਗ ਦੇ ਸਦੀਪਕ ਰਾਜ ਦੀ ਆਸ ਨੂੰ ਫੜੀ ਰੱਖ ਕੇ ਪਰਮੇਸ਼ਰ ਨੂੰ ਸਦਾ ਲਈ ਵਡਿਆਈ, ਉਤਸਤ ਅਤੇ ਧੰਨਵਾਦ ਦਈਏ। ਹੁਣ ਅਸੀਂ ਸਭ ਤੋਂ ਹੈਰਾਨੀਜਨਕ ਦੇਸ਼ ਵਿੱਚ ਵਿਦੇਸ਼ਵਾਸ ਹੋਣ ਲਈ ਤਿਆਰ ਹਾਂ।
ਅਜਿਹੀ ਹੈਰਾਨੀਜਨਕ ਦੁਨੀਆ ਦੇ ਰਾਹ ਤੇ ਕੌਣ ਸੰਭਵ ਤੌਰ ਤੇ ਬੁੜਬੁੜਾ ਸਕਦਾ ਹੈ? 여기에 ਕੌਣ ਸੰਭਵ ਤੌਰ ਤੇ ਸ਼ਿਕਾਇਤ ਕਰ ਸਕਦਾ ਹੈ? ਸਾਡੇ ਮੂੰਹ ਤੋਂ ਆਉਣ ਵਾਲੇ ਹਰ ਸ਼ਬਦ ਨੂੰ ਸ਼ੁਕਰਗੁਜ਼ਾਰ ਅਤੇ ਆਨੰਦ ਨਾਲ ਭਰਿਆ ਹੋਣਾ ਚਾਹੀਦਾ ਹੈ। ਸਾਨੂੰ ਪੁਕਾਰਨਾ ਚਾਹੀਦਾ ਹੈ, ਮੈਂ ਬਹੁਤ ਉਤਸ਼ਾਹਿਤ ਹਾਂ। ਹਾਲੇਲੂਇਆ! ਪਰਮੇਸ਼ਰ ਨੇ ਮੈਨੂੰ ਇਹ ਮਹਾਨ ਕਿਸਮਤ ਦਿੱਤੀ ਹੈ। ਪੂਰੇ ਬ੍ਰਹਮੰਡ ਵਿੱਚ ਸਾਰੇ ਆਤਮਿਕ ਪ੍ਰਾਣੀ ਮੇਰੇ ਨਾਲ ਕਿੰਨੀ ਈਰਖਾ ਕਰਨਗੇ। ਜਦ ਮੈਂ ਸਵਰਗ ਵਿੱਚ ਜਾਵਾਂਗਾ ਤਦ ਮੈਂ ਪਤਰਸ ਨਾਲ ਮਿਲਾਂਗਾ ਅਤੇ ਰਸੂਲ ਪੌਲੁਸ ਤੋਂ ਸੁਣਾਂਗਾ ਕਿ ਉਹ ਕਿੰਨਾ ਦੁੱਖ ਤੋਂ ਲੰਘੇ, ਕਿ ਸਾਨੂੰ ਜਲਦੀ ਹੀ ਵਿਸ਼ਵਾਸ ਦੇ ਪੁਰਖਿਆਂ ਨਾਲ ਮਿਲਣ ਦਾ ਮੌਕਾ ਨਹੀਂ ਮਿਲੇਗਾ। 이제 뭐 사나 ਜਦ ਅਸੀਂ ਸਵਰਗ ਵਿੱਚ ਵਿਦੇਸ਼ਵਾਸ ਹੋਵਾਂਗੇ ਤਦ ਜੋ ਅਸੀਂ ਚਾਹਾਂਗੇ ਪਰਮੇਸ਼ਰ ਸਾਨੂੰ ਉਹ ਕਰਨ ਦੀ ਆਗਿਆ ਦੇਣਗੇ। ਇਸ ਲਈ ਆਓ ਅਸੀਂ ਸਵਰਗ ਦੇ ਵੱਲ ਦੇਖਦੇ ਹੋਏ ਵਿਸ਼ਵਾਸ ਦੇ ਰਾਹ ਉੱਤੇ ਉਤਸੁਕਤਾ ਨਾਲ ਦੌੜੀਏ। 우리가 되어 주실 것을 부탁드립니다. ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।